ਸਤਿ ਸ਼੍ਰੀ ਅਕਾਲ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਰੋਜ਼ਾਨਾ ਲੋਕ ਨਾਥ ਟੀਵੀ ਦਾ ਵਿਸ਼ੇਸ਼ ਪ੍ਰੋਗਰਾਮ ਪ੍ਰਾਈਮ ਮੁੱਦਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਕਰਦਾ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਗੱਲਬਾਤ ਕਰਾਂਗੇ ਕਿ ਸੰਗਰੂਰ ਜ਼ਿਮਨੀ ਚੋਣ ਪੂਰੇ ਤਰੀਕੇ ਦੇ ਨਾਲ ਪੱਕ ਚੁੱਕੀ ਹੈ। ਅੱਜ ਸੈਕੰਡ ਲਾਸਟ ਦਿਨ ਸੀਗਾ ਚੋਣ ਪ੍ਰਚਾਰ ਦਾ ਤੇ ਕੱਲ ਨੂੰ ਇਹ ਚੋਣ ਪ੍ਰਚਾਰ ਖਤਮ ਹੋ ਜਾਣਾ ਤੇ ਅਰਵਿੰਦ ਕੇਜਰੀਵਾਲ ਜਿਹੜੇ ਆ ਉਹ ਰੋਡ ਸ਼ੋਅ ਕਰਨ ਦੇ ਲਈ ਸੰਗਰੂਰ ਦੇ ਵਿੱਚ ਪਹੁੰਚੇ ਹੋਏ ਸੀ। ਅਰਵਿੰਦ ਕੇਜਰੀਵਾਲ ਦੇ ਆਉਣ ਤੋਂ ਪਹਿਲਾਂ ਤੇ ਜਦੋਂ ਅਰਵਿੰਦ ਕੇਜਰੀਵਾਲ ਉੱਥੇ ਆਏ ਦੋ ਵੱਡੀਆਂ ਘਟਨਾਵਾਂ ਹੋਈਆਂ ਜਿਹਨੂੰ ਲੈ ਕੇ ਫਿਰ ਤੋਂ ਜਿਹੜੀ ਹੈ ਪੰਜਾਬ ਦੀ ਕਾਨੂੰਨ ਵਿਵਸਥਾ ਦੇ ਉੱਪਰ ਸਵਾਲ ਖੜੇ ਹੋਏ ਨੇ। ਕੀ ਉਹ ਘਟਨਾਵਾਂ ਨੇ ਉਸ ਤੇ ਗੱਲਬਾਤ ਜਿਹੜੀ ਆ ਉਹ ਕਰਾਂਗੇ। ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਕਾਨੂੰਨ ਵਿਵਸਥਾ ਦੇ ਕਰਕੇ ਭਗਵੰਤ ਮਾਨ ਤੋਂ ਅਸਤੀਫਾ ਮੰਗ ਲਿਆ ਗਿਆ। ਕਿਹਨੇ ਅਸਤੀਫਾ ਮੰਗਿਆ, ਕਿ ਵਾਕਈ ਦੇਣਗੇ ਜਾਂ ਨਹੀਂ ਦੇਣਗੇ, ਇਸ ਤੇ ਜਿਹੜੀ ਹੈ ਉਹ ਵਿਸਤਾਰਪੂਰਵਕ ਚਰਚਾ ਕਰਾਂਗੇ। ਖਬਰਾਂ ਹੋਰ ਵੀ ਨੇ। ਇਹਨਾਂ ਖਬਰਾਂ ਤੇ ਵਿਸਤਾਰਪੂਰਵਕ ਚਰਚਾ ਦੇ ਲਈ ਮੇਰੇ ਨਾਲ ਜੁੜੇ ਹੋਏ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ। ਸਭ ਤੋਂ ਪਹਿਲਾਂ ਸਵਾਗਤ ਕਰਾਂਗੇ, ਫਿਰ ਪ੍ਰੋਗਰਾਮ ਦੀ ਸ਼ੁਰੂਆਤ। ਅਣਖੀ ਸਾਹਿਬ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਅਣਖੀ ਸਾਹਿਬ, ਅੱਜ ਅਰਵਿੰਦ ਕੇਜਰੀਵਾਲ ਜਿਹੜੇ ਪੰਜਾਬ ਆਏ ਰੋਡ ਸ਼ੋਅ ਕਰਨਾ ਸੀ, ਉਹਨਾਂ ਦੇ ਆਉਣ ਤੋਂ ਪਹਿਲਾਂ ਸੰਗਰੂਰ ਦੇ ਇੱਕ ਮੰਦਿਰ ਦੇ ਵਿੱਚ ਜਿੱਥੋਂ ਦੀ ਲੰਘਣਾ ਸੀ ਜਿਹੜੇ ਅਰਵਿੰਦ ਕੇਜਰੀਵਾਲ ਸ਼ਾਇਦ ਉੱਥੇ ਮੱਥਾ ਵੀ ਕਹਿੰਦੇ ਸ਼ਾਇਦ ਟੇਕਣਾ ਸੀ, ਜੇ ਮੈਂ ਗਲਤ ਨਹੀਂ ਹਾਂ ਤਾਂ ਕੁਝ ਸੂਤਰਾਂ ਤੋਂ ਇਹ ਜਾਣਕਾਰੀ ਮਿਲੀ ਸੀ। ਤਾਂ ਉਸ ਮੰਦਿਰ ਦੇ ਬਾਹਰ ਖਾਲਿਸਤਾਨ ਜਿੰਦਾਬਾਦ ਦੇ ਜਿਹੜੇ ਆ ਉਹ ਨਾਅਰੇ ਲਿਖੇ ਗਏ। ਹਾਲਾਂਕਿ ਅਰਵਿੰਦ ਕੇਜਰੀਵਾਲ ਦੇ ਆਉਣ ਤੋਂ ਪਹਿਲਾਂ ਉਹ ਪੇਂਟ ਦੇ ਨਾਲ ਜਿਹੜੇ ਆ ਨਾਅਰੇ ਲੁਕਾ ਦਿੱਤੇ ਗਏ। ਪਰ ਕਾਨੂੰਨ ਵਿਵਸਥਾ ਨੂੰ ਤੁਸੀਂ ਇਸ ਚੀਜ਼ ਨੂੰ ਲੈ ਕੇ ਕਿਵੇਂ ਦੇਖਦੇ ਹੋ? ਔਰ ਦੂਜੇ ਪਾਸੇ ਵੱਖ-ਵੱਖ ਜਥੇਬੰਦੀਆਂ ਜਿਹੜੀਆਂ ਉਹ ਧਰਨੇ ਤੇ ਬੈਠੀਆਂ ਸੀ ਅਰਵਿੰਦ ਕੇਜਰੀਵਾਲ ਦੇ ਆਉਣ ਤੋਂ ਪਹਿਲਾਂ, ਉਹ ਜਥੇਬੰਦੀਆਂ ਉਠਾ ਦਿੱਤੀਆਂ ਗਈਆਂ, ਉਹਨਾਂ ਨੂੰ ਲਾਰੇ ਲੱਪੇ ਲਾ ਕੇ ਫਿਰ ਉਠਾ ਦਿੱਤਾ ਗਿਆ। ਪਹਿਲਾਂ ਕੋਈ ਉਹਨਾਂ ਨੂੰ ਮਿਲਣ ਨਹੀਂ ਗਿਆ। ਅਰਵਿੰਦ ਕੇਜਰੀਵਾਲ ਜਦੋਂ ਵੋਟਾਂ ਤੋਂ ਪਹਿਲਾਂ ਕਾਂਗਰਸ ਦੀ ਸਰਕਾਰ ਮੌਕੇ ਪੰਜਾਬ ਆਉਂਦੇ ਸੀ ਤਾਂ ਉਦੋਂ ਉਹਨਾਂ ਲੋਕਾਂ ਨੂੰ ਮਿਲ ਕੇ ਜਾਂਦੇ ਸੀਗੇ, ਪਰ ਹੁਣ ਉਹਨਾਂ ਦੇ ਪੰਜਾਬ ਆਉਣ ਤੋਂ ਪਹਿਲਾਂ ਉਹਨਾਂ ਜਥੇਬੰਦੀਆਂ ਨੂੰ ਕਿਸੇ ਤਰੀਕੇ ਦੇ ਨਾਲ ਸਮਝਾ ਬੁਝਾ ਕੇ ਉਹਨਾਂ ਦਾ ਧਰਨਾ ਹਟਾਇਆ ਗਿਆ। ਪਰ ਕੁਝ ਵਿਦਿਆਰਥੀ ਜਥੇਬੰਦੀਆਂ ਨੇ ਉੱਥੇ ਨਾਅਰੇਬਾਜ਼ੀ ਜ਼ਰੂਰ ਕੀਤੀ, ਧਰਨਾ ਪ੍ਰਦਰਸ਼ਨ ਉੱਥੇ ਕੀਤਾ। ਕਿਵੇਂ ਦੇਖਦੇ ਹੋ ਦੋਵਾਂ ਘਟਨਾਵਾਂ ਨੂੰ? ਇੱਕ ਇੱਕ ਕਰਕੇ ਆਪਾਂ ਲੈ ਲੈਂਦੇ ਹਾਂ। ਸਭ ਤੋਂ ਪਹਿਲਾਂ ਮੰਦਿਰ ਵਾਲੀ ਘਟਨਾ, ਜਿਹਦੇ ਕਰਕੇ ਜਿਹੜਾ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਸਵਾਲ ਜਿਹੜੇ ਆ ਉਹ ਖੜੇ ਹੁੰਦੇ ਆ, ਖਾਲਿਸਤਾਨ ਦੇ ਜਿਹੜੇ ਨਾਅਰੇ ਲਿਖੇ ਜਾਂਦੇ ਆ, ਕਿਵੇਂ ਦੇਖਦੇ ਹੋ? ਸੁਖਵਿੰਦਰ ਜੀ, ਜਿਹੜਾ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਿਖੇ ਜਾਣਾ ਔਰ ਇਸ ਨੂੰ ਅਸੀਂ ਜਾਂ ਵਿਰੋਧੀ ਪਾਰਟੀਆਂ ਇੱਕ ਕਿਸਮ ਨਾਲ ਆਮ ਤੌਰ ਤੇ ਜਨਰਲੀ ਅਮਨ ਕਾਨੂੰਨ ਦੀ ਸਥਿਤੀ ਦਾ ਅਸੀਂ ਇਹਦੇ ਨਾਲ ਜੋੜ ਕੇ ਵੇਖਦੇ ਹਾਂ। ਮੈਨੂੰ ਇਸ ਤਰ੍ਹਾਂ ਲੱਗਦਾ ਕਿ ਇਹ ਜਿਹੜਾ ਨਾ ਇੱਕ ਯੋਜਨਾਬੱਧ ਤਰੀਕੇ ਦੇ ਨਾਲ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਜਿਹੜੇ ਨੇ ਇੱਕ ਸ਼ਰਾਰਤੀ ਕੁਝ ਅਨਸਰਾਂ ਵੱਲੋਂ ਇਹੋ ਜਿਹਾ ਜਿਹੜਾ ਪ੍ਰੋਗਰਾਮ ਆ ਉਹ ਕੀਤਾ ਜਾ ਰਿਹਾ। ਕਦੇ ਹਿਮਾਚਲ ਦੇ ਵਿੱਚ ਲਿਖੇ ਜਾਂਦੇ ਆ, ਕਦੇ ਕਿਸੇ ਸਥਾਨ ਤੇ ਲਿਖੇ ਜਾਂਦੇ ਆ, ਕਦੇ ਕਿਸੇ ਸਥਾਨ ਤੇ ਲਿਖੇ ਜਾਂਦੇ ਆ। ਔਰ ਇਹਨਾਂ ਨਾਅਰੇ ਲਿਖਣ ਦਾ ਮੰਤਵ ਸਿਰਫ ਤੇ ਸਿਰਫ ਅਸੀਂ ਕਹਿ ਸਕਦੇ ਹਾਂ ਕਿ ਕੋਈ ਇਹੋ ਜਿਹੀ ਅੱਤਵਾਦ ਦੀ ਘਟਨਾ ਜਾਂ ਕੋਈ ਅਜਿਹੀ ਘਟਨਾ ਨੂੰ ਜਨਮ ਦੇਣਾ ਜਾਂ ਅੱਤਵਾਦ ਬਹੁਤ ਵੱਡੇ ਸਿਖਰ ਤੇ ਪਹੁੰਚਾਉਣ ਦੇ ਨਾਲ ਸੰਬੰਧਿਤ ਨਹੀਂ, ਜਾਂ ਲੋਕਾਂ ਦੇ ਵਿੱਚ ਇੱਕ ਦਹਿਸ਼ਤ ਪੈਦਾ ਕਰਨ ਵਾਲਾ ਮੈਨੂੰ ਨਹੀਂ ਲੱਗਦਾ। ਸਿਰਫ ਤੇ ਸਿਰਫ ਮੈਨੂੰ ਜੋ ਮਹਿਸੂਸ ਹੁੰਦਾ ਇਸ ਤਰੀਕੇ ਨਾਲ ਲਾਇਆ ਜਾਂਦਾ ਕਿ ਇੱਕ ਇਹੋ ਜਿਹਾ ਇੰਪੈਕਟ ਦਿੱਤਾ ਜਾਵੇ ਜਿਹਦੇ ਨਾਲ ਭਗਵੰਤ ਮਾਨ ਦੀ ਸਰਕਾਰ ਵਾਸਤੇ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਵਿਰੋਧੀ ਪਾਰਟੀਆਂ ਉਹਦੇ ਤੇ ਤੰਗ ਦੱਸਣ। ਕਿਉਂਕਿ ਜਿਹੜੀਆਂ ਅੱਤਵਾਦੀ ਜਥੇਬੰਦੀਆਂ ਨੇ ਸਿੱਖ ਫਾਰ ਜਸਟਿਸ ਹੋਈ ਜਾਂ ਜਿਹਦੇ ਉੱਤੇ ਬੈਨ ਲੱਗਾ, ਸੁਖਵਿੰਦਰ ਜੀ ਮੈਂ ਨਿੱਕੀ ਜੀ ਗੱਲ ਹੋਰ ਤੁਹਾਨੂੰ ਦੱਸਦਾ, ਕਿਉਂਕਿ ਮੈਂ ਉਹ ਦੌਰ ਜਿਹੜਾ ਸਾਰਾ ਵੇਖਿਆ 84 ਤੋਂ ਲੈ ਕੇ ਤੇ 96 ਤੱਕ ਦਾ ਜਾਂ 95 ਤੱਕ ਦਾ ਦੌਰ, ਜਦੋਂ ਸਰਦਾਰ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਉਥਾਨ ਹੁੰਦਾ ਔਰ ਬੇਅੰਤ ਸਿੰਘ ਦਾ ਅਖੀਰ ਦੇ ਵਿੱਚ ਖਤਮ ਹੁੰਦਾ ਤਾਂ ਚਰਨ ਸਿੰਘ ਬਰਾੜ ਦੀ ਸਰਕਾਰ ਜਿਹੜੀ ਆ ਬਣਦੀ। ਮੈਂ ਸਾਰਾ ਦੌਰ ਦੇਖਿਆ ਔਰ ਉਸ ਦੌਰ ਨੂੰ ਮੈਂ ਇਹ ਵੀ ਗੱਲ ਕਹਿ ਸਕਦਾ ਕਿ ਚਸ਼ਮਦੀਦ ਅਸੀਂ ਗਵਾਹ ਰਹੇ। ਤੇ ਇਹ ਜਿਹੜੀਆਂ ਹੁਣ ਛੁੱਟ-ਫੁੱਟ ਘਟਨਾਵਾਂ ਜਿਹੜੀਆਂ ਹੋ ਰਹੀਆਂ, ਖਾਲਿਸਤਾਨ ਜਿੰਦਾਬਾਦ ਲਿਖ ਦੇਣਾ ਤੇ ਕਿਸੇ ਜੱਜ ਦੇ ਬੂਹੇ ਦੇ ਅੱਗੇ, ਕਿਸੇ ਉਸ ਬੂਹੇ ਦੇ ਅੱਗੇ, ਇਹ ਸਿਰਫ ਤੇ ਸਿਰਫ ਪੰਜਾਬ ਦੇ ਕੁਝ ਮੈਂ ਕਹਿ ਸਕਦਾ ਕਿ ਸ਼ਰਾਰਤੀ ਅਨਸਰਾਂ ਵੱਲੋਂ ਉਸ ਤਰੀਕੇ ਨਾਲ ਲਿਖਿਆ ਜਾ ਰਿਹਾ ਜਿਸ ਤਰੀਕੇ ਨਾਲ ਅੱਜ ਪੰਜਾਬ। ਬਿਲਕੁਲ ਤੁਹਾਡੀ ਗੱਲ ਠੀਕ ਹੈ, ਇਹਦੇ ਨਾਲ ਕੋਈ ਬਹੁਤਾ ਹੋਣ ਵਾਲਾ ਤਾਂ ਨਹੀਂ। ਤੁਹਾਡੀ ਗੱਲ ਬਿਲਕੁਲ ਠੀਕ ਆ, ਮੈਂ ਸਹਿਮਤ ਹਾਂ ਤੁਹਾਡੀ ਗੱਲ ਦੇ ਨਾਲ। ਪਰ ਅਣਖੀ ਸਾਹਿਬ, ਪਰ ਜਿੱਥੇ ਚੋਣ ਹੋ ਰਹੀ ਹੋਵੇ, ਇਹ ਨਹੀਂ ਕਿ ਪੰਜਾਬ ਦੀਆਂ ਹੋਰ ਬਹੁਤ ਥਾਵਾਂ ਤੇ ਚੋਣ ਜਿਹੜੀ ਹੋ ਰਹੀ ਹੋਵੇ, ਪੰਜਾਬ ਦੇ ਸਿਰਫ ਇੱਕੋ ਥਾਂ ਤੇ ਚੋਣ ਹੋ ਰਹੀ ਹੈ ਜਿੱਥੇ ਮੁੱਖ ਮੰਤਰੀ ਆ ਰਹੇ ਨੇ, ਸੱਤਾ ਵਾਲੀ ਪਾਰਟੀ ਦੇ ਕੌਮੀ ਕਨਵੀਨਰ ਆ ਰਹੇ ਨੇ, ਵੱਖ-ਵੱਖ ਉੱਥੇ ਮੰਤਰੀ ਫਿਰ ਰਹੇ ਨੇ, MLA ਫਿਰ ਰਹੇ ਨੇ, ਵਿਰੋਧੀ ਧਿਰ ਦੇ ਲੀਡਰ, ਵਿਰੋਧੀ ਧਿਰਾਂ ਦੇ ਪ੍ਰਧਾਨ ਤੱਕ ਫਿਰ ਰਹੇ ਨੇ। ਜਿੱਥੇ ਇੰਨਾ ਸੰਵੇਦਨਸ਼ੀਲ ਇਹ ਜਿਹੜਾ ਉਹ ਇਲਾਕਾ ਬਣਿਆ ਹੋਵੇ, ਉੱਥੇ ਅਜਿਹੀ ਘਟਨਾ ਦਾ ਹੋਣਾ ਅਣਖੀ ਸਾਹਿਬ ਕਿਤੇ ਨਾ ਕਿਤੇ ਕਾਨੂੰਨ ਵਿਵਸਥਾ ਤੇ ਸਰਕਾਰ ਤੇ ਸਵਾਲ ਤਾਂ ਖੜੇ ਕਰਦਾ ਹੈ। ਹਾਲਾਂਕਿ ਠੀਕ ਹੈ,
ਤੁਸੀਂ ਬਿਲਕੁਲ ਸਹੀ ਕਿਹਾ ਕਿ ਇਹ ਕੋਈ ਬਹੁਤਾ ਧਿਆਨ ਦੇਣ ਵਾਲੀ ਗੱਲ ਨਹੀਂ, ਪਰ ਜਿਸ ਤਰੀਕੇ ਦੇ ਇਹ ਸ਼ਰਾਰਤੀ ਅਨਸਰ ਆਪਣੇ ਮਨਸੂਬਿਆਂ ਨੂੰ ਕਾਮਯਾਬ ਕਰ ਰਹੇ ਨੇ ਜਾਂ ਆਪਣੇ ਮਨਸੂਬੇ ਇਸ ਤਰੀਕੇ ਨਾਲ ਦਰਸਾ ਰਹੇ ਨੇ, ਬੇਸ਼ੱਕ ਇਹਦੇ ਨਾਲ ਨੁਕਸਾਨ ਕੋਈ ਨਹੀਂ ਹੋਇਆ, ਪਰ ਜਿਸ ਤਰੀਕੇ ਦੇ ਨਾਲ ਉੱਥੇ ਲਿਖਿਆ ਗਿਆ ਔਰ ਬੇਖਬਰ ਰਹੇ ਸਾਰੇ, ਤਾਂ ਕਿਸੇ ਵੀ ਤਰੀਕੇ ਦੀ ਘਟਨਾ ਨੂੰ ਅੰਜਾਮ ਤਾਂ ਫਿਰ ਦਿੱਤਾ ਹੀ ਜਾ ਸਕਦਾ ਹੈ। ਪਰ ਵੱਡੀ ਖਬਰ ਜਾਂ ਆਪਾਂ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਉੱਥੇ ਮੰਤਰੀ, ਮੁੱਖ ਮੰਤਰੀ, MLA, ਵਿਰੋਧੀ ਧਿਰਾਂ ਦੇ ਲੀਡਰ ਸਾਰੇ ਜਿਹੜੇ ਫਿਰ ਰਹੇ ਆ, ਪੂਰੇ ਪੰਜਾਬ ਦੀਆਂ ਨਜ਼ਰਾਂ ਨੇ, ਪੰਜਾਬ ਦੀ ਪੁਲਿਸ ਉੱਥੇ ਪਹੁੰਚੀ ਹੋਈ ਹੈ, ਪਰ ਫਿਰ ਵੀ ਅਜਿਹੀ ਘਟਨਾ ਹੋ ਜਾਣਾ ਕਾਨੂੰਨ ਵਿਵਸਥਾ ਦੇ ਸਵਾਲ ਤਾਂ ਖੜੇ ਕਰਦਾ। ਬਿਲਕੁਲ ਤੁਸੀਂ ਨਹੀਂ, ਇਸ ਪੱਖ ਤੋਂ ਤਾਂ ਤੁਸੀਂ ਬਿਲਕੁਲ ਠੀਕ ਫਰਮਾ ਰਹੇ ਜੇ, ਕਿਉਂਕਿ ਜਿੱਥੇ ਸਮੁੱਚੀਆਂ ਰਾਜਨੀਤਿਕ ਪਾਰਟੀਆਂ ਜਿਹੜੀਆਂ ਚੋਣ ਲੜਦੀਆਂ ਪਈਆਂ ਨੇ, ਉਹਨਾਂ ਦੇ ਸੁਪਰੀਮੋ ਈਵਨ ਕਿ ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ ਆ ਰਹੇ ਨੇ, ਤੇ ਜੇਕਰ ਉੱਥੇ ਇਹੋ ਜਿਹਾ ਸੰਵੇਦਨਸ਼ੀਲ ਹਾਲਾਤ ਹੋਣ ਤਾਂ ਫਿਰ ਵੀ ਕੋਈ ਅਜਿਹਾ ਕੋਈ ਸ਼ਰਾਰਤੀ ਅਨਸਰ ਅਜਿਹੀ ਹਰਕਤ ਕਰ ਜਾਂਦਾ, ਜਿੱਥੇ ਇਹ ਵੀ ਪਤਾ ਹੋਵੇ ਕਿ ਸ਼ਾਇਦ ਕਿ ਸੀਐਮ ਸਾਹਿਬ ਨੇ ਜਾਂ ਦਿੱਲੀ ਦੇ ਸੀਐਮ ਸਾਹਿਬ ਨੇ ਉੱਥੇ ਮੱਥਾ ਟੇਕਣ ਜਾਣਾ, ਕੁਦਰਤੀ ਤੌਰ ਤੇ ਲਾਅ ਐਂਡ ਆਰਡਰ ਦੀ ਸਮੱਸਿਆ ਤੇ ਅਮਨ ਤੇ ਕਾਨੂੰਨ ਦੀ ਜਿਹੜੀ ਸਥਿਤੀ ਆ ਉਹਦੇ ਉੱਤੇ ਪ੍ਰਸ਼ਨ ਚਿੰਤਾ ਲੱਗਦਾ ਹੀ ਆ, ਤੇ ਪੁਲਿਸ ਦੀ ਨਲਾਇਕੀ ਜ਼ਾਹਿਰ ਹੁੰਦੀ ਆ ਕਿ ਕਿਸ ਤਰੀਕੇ ਨਾਲ ਜਿਹੜਾ ਪੁਲਿਸ ਦਾ ਪ੍ਰਸ਼ਾਸਨ ਆ ਇਹਨਾਂ ਕੰਮਾਂ ਤੋਂ ਬੇਖਬਰ ਹੋ ਕੇ ਇੰਨੀ ਨਲਾਇਕੀ ਦਾ ਦੇ ਰਿਹਾ। ਬਿਲਕੁਲ ਇਸ ਪੱਖ ਤੋਂ ਤੁਸੀਂ ਬਿਲਕੁਲ ਠੀਕ ਆ। ਮੈਂ ਜਦੋਂ ਉਸ ਪੱਖ ਤੋਂ ਗੱਲ ਕਰ ਰਿਹਾ ਕਿ ਜੇਕਰ ਅਸੀਂ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਨੂੰ ਇੱਕ ਉਸ ਲਹਿਰ ਦਾ ਵੇਖ ਲਈਏ, ਤਾਂ ਉਹ ਗੱਲ ਮੈਂ ਉਸ ਕਰਕੇ ਉਹ ਪੱਖ ਜਿਹੜਾ ਸੀ ਉਹ ਦੱਸਿਆ ਸੀ। ਹੁਣ ਤੁਸੀਂ ਇੱਕ ਨਿੱਕੀ ਜਿਹੀ ਮੈਂ ਤੁਹਾਨੂੰ ਹੋਰ ਗੱਲ ਆਪਾਂ ਇਹਦੇ ਨਾਲ ਜੋੜ ਕੇ ਗੱਲ ਕਰਨੀ, ਜਿਸ ਦਿਨ ਦਾ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ, ਲਾਰੈਂਸ ਬਿਸ਼ਨੋਈ ਜਿਸ ਦਿਨ ਦਾ ਚਰਚਾਵਾਂ ਚ ਆਇਆ, ਗੋਲਡੀ ਬਰਾੜ ਆਇਆ, ਤਾਂ ਤੁਸੀਂ ਦੇਖੋ ਕਿ ਪੰਜਾਬ ਦੇ ਵਿੱਚ ਅੱਜ ਕੱਲ ਹਰ ਬੰਦੇ ਨੂੰ ਜਾਂ ਦੂਜੇ ਜਾਂ ਤੀਜੇ ਵਪਾਰੀ ਨੂੰ ਫੋਨ ਆ ਰਿਹਾ ਕਿ ਮੈਂ ਗੋਲਡੀ ਬਰਾੜ ਦਾ ਬੰਦਾ ਬੋਲਦਾ, ਇੰਨੇ ਲੱਖ ਦੀ ਫਰੋਤੀ ਦੇ ਦਿਓ। ਅੱਜ ਬੰਬੀਆ ਗਰੁੱਪ ਦੇ ਬੰਦਿਆਂ ਨੇ ਉੱਥੇ ਫਾਇਰਿੰਗ ਕੀਤੀ। ਸੋ ਇਹੋ ਜਿਹੀ ਜਿਹੜੀਆਂ ਘਟਨਾਵਾਂ ਨੇ, ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਨੇ, ਇਹ ਸਾਫ਼-ਸਾਫ਼ ਤੌਰ ਤੇ ਅਮਨ ਕਾਨੂੰਨ ਦੀ ਸਥਿਤੀ ਦੇ ਉੱਤੇ ਇੱਕ ਮਤਲਬ ਅਸੀਂ ਕਹਿ ਸਕਦੇ ਹਾਂ ਕਿ ਇੱਕ ਵਿਅੰਗਤਾ ਹੈ ਹੀ ਹੈ। ਸਰਕਾਰ ਵਾਸਤੇ ਵੀ ਨਮੋਸ਼ੀ ਦੀ ਇਹ ਗੱਲ ਕਰਦੀ ਕਿ ਸਰਕਾਰ ਅਜੇ ਤੱਕ ਸਰਕਾਰ ਨੂੰ ਪਤਾ ਲੱਗ ਗਿਆ ਕਿ ਇਹ ਜਿਹੜੇ ਗੈਂਗ ਨੇ ਹੋਣਗੇ ਗੈਂਗ, ਪਰ ਇਹਨਾਂ ਦੇ ਨਾਵਾਂ ਦੇ ਉੱਤੇ ਕਈ ਲੋਕ ਆਪਣੀਆਂ ਰੋਟੀਆਂ ਸੇਕੀ ਜਾ ਰਹੇ ਜਾਂ ਆਪਣਾ ਦਾਲ ਫੁਲਕਾ ਚਲਾਉਣ ਦੀ ਕੋਸ਼ਿਸ਼ ਕਰਦੇ ਪਏ ਆ। ਸਰਕਾਰ ਨੇ ਅਜੇ ਤੱਕ, ਪੰਜਾਬ ਸਰਕਾਰ ਵੱਲੋਂ ਅਜੇ ਤੱਕ ਇਹੋ ਜਿਹੀਆਂ ਧਮਕੀਆਂ ਦੇਣ ਦੇ ਸੰਬੰਧ ਦੇ ਵਿੱਚ ਮੇਰਾ ਨਹੀਂ ਖਿਆਲ ਇੱਕ ਵੀ ਵਿਅਕਤੀ ਗ੍ਰਿਫਤਾਰ ਜਿਹੜਾ ਉਹ ਕੀਤਾ ਹੋਵੇ ਜਾਂ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੋਵੇ। ਕਹਿਣ ਦਾ ਅਰਥ ਹੈ ਕਿ ਇਹਨਾਂ ਪੱਖਾਂ ਤੋਂ ਲੋਕਾਂ ਦੇ ਵਿਚਕਾਰ ਇੱਕ ਉਹ ਮੈਸੇਜ ਦੇਣਾ ਕਿ ਸਭ ਕੁਝ ਠੀਕ ਠਾਕ ਆ, ਕੋਈ ਚਿੰਤਾ ਕਰਨ ਦੀ ਲੋੜ ਨਹੀਂ, ਨਾ ਪੰਜਾਬ ਦੇ ਵਿੱਚ ਗੈਂਗਵਾਰ ਆ, ਨਾ ਪੰਜਾਬ ਦੇ ਵਿੱਚ ਖਾਲਿਸਤਾਨ ਜਿੰਦਾਬਾਦ ਜਾਂ ਕੋਈ ਇਹੋ ਜਿਹੀ ਲਹਿਰ ਆ। ਜੇਕਰ ਇਹੋ ਜਿਹਾ ਸੰਕੇਤ ਤੁਸੀਂ ਦੇਣਾ ਚਾਹੁੰਦੇ ਜੇ, ਜਿਹੋ ਜਿਹਾ ਭਗਵੰਤ ਮਾਨ ਹੋਣੀ ਆਪਣੀ ਪਿੱਠ ਥਾਪੜਦੇ ਨੇ ਕਈ ਵਾਰੀ ਕਿ ਅਸੀਂ ਇਹ ਕਰਤਾ, ਲਾਰੈਂਸ ਨੂੰ ਫੜ ਕੇ ਇੱਥੇ ਲੈਣ ਦਾ, ਉਹ ਕਰਤਾ, ਜਿਹੜਾ ਮੋਹਾਲੀ ਵਾਲਾ ਗੋਲੀ ਜਿਹੜੀ ਉੱਥੇ ਬੰਬ ਧਮਾਕਾ ਉਹਦੇ ਦੋਸ਼ੀ ਫੜ ਲਏ, ਇਹੋ ਜਿਹੀਆਂ ਜੇਕਰ ਗੱਲਾਂ ਕਰਦੀਆਂ ਨੇ ਤਾਂ ਬਿਲਕੁਲ ਤੁਹਾਡੀ ਗੱਲ ਠੀਕ ਆ। ਫਿਰ ਇਹੋ ਜਿਹੇ ਜਿਹੜੇ ਸੰਵੇਦਨਸ਼ੀਲ ਮੁੱਦੇ ਜਾਂ ਇਹੋ ਜਿਹੀਆਂ ਸੰਵੇਦਨਸ਼ੀਲ ਗੱਲਾਂ ਇਹੋ ਜਿਹੇ ਸੰਵੇਦਨਸ਼ੀਲ ਇਲਾਕਿਆਂ 'ਚ ਹੋ ਰਹੀਆਂ, ਉਸ ਪੱਖ ਵੱਲ ਜਿਹੜਾ ਧਿਆਨ ਉਹ ਸਰਕਾਰ ਨੂੰ ਜ਼ਰੂਰ ਮੰਗਦਾ। ਬਿਲਕੁਲ ਬਿਲਕੁਲ, ਇੱਕ ਤੋਂ ਬਾਅਦ ਇੱਕ ਘਟਨਾਵਾਂ ਜਿਹੜੀਆਂ ਹੁੰਦੀਆਂ ਹੀ ਜਾ ਰਹੀਆਂ ਨੇ, ਇਸ ਵਾਲੇ ਪਾਸੇ ਜਿਹੜਾ ਧਿਆਨ ਦਿੱਤਾ ਨਹੀਂ ਜਾ ਰਿਹਾ। ਬੇਸ਼ੱਕ ਭਗਵੰਤ ਮਾਨ ਹੋਰੀ ਜਿਹੜੇ ਆ ਬੜੇ ਵੱਡੇ ਦਾਅਵੇ ਕਰ ਰਹੇ ਹੁਣ, ਕੁਝ ਦਿਨ ਪਹਿਲਾਂ ਬਾਹਰਲੇ ਸੂਬਿਆਂ ਦੇ ਵਿੱਚ ਜਾ ਕੇ ਉਹਨਾਂ ਨੇ ਦਾਅਵੇ ਠੋਕ ਦਿੱਤੇ ਸੀਗੇ ਕਿ ਸਾਡੇ ਜਿਹੜੇ ਆ ਕਾਨੂੰਨ ਵਿਵਸਥਾ ਬਹੁਤ ਵਧੀਆ, ਪਰ ਕਾਨੂੰਨ ਵਿਵਸਥਾ ਕਿਸ ਤਰੀਕੇ ਦੇ ਨਾਲ ਹੈਗੀ ਆ ਉਹ ਆਪਾਂ ਦੇਖ ਹੀ ਸਕਦੇ ਹਾਂ। ਬਾਹਰਲੇ ਸੂਬਿਆਂ ਦੇ ਲੋਕ ਡਰਨ ਲੱਗ ਗਏ ਨੇ ਪੰਜਾਬ ਆਉਣ ਤੋਂ, ਕਿਉਂਕਿ ਮੈਂ 2-3 ਸੂਬਿਆਂ ਦੇ ਵਿੱਚ ਪੰਜਾਬ ਤੋਂ ਬਾਹਰ ਜਾ ਕੇ ਆਇਆ ਔਰ ਲੋਕ ਜਿਹੋ ਜਿਹੀਆਂ ਗੱਲਾਂ ਕਰਦੇ ਨੇ। ਔਰ ਦੂਜੇ ਪਾਸੇ ਬਾਹਰਲੇ ਸੂਬਿਆਂ ਦੇ ਵਿੱਚ ਜਾ ਕੇ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੇ ਇਹ ਵੀ ਗੱਲਾਂ ਕਹੀਆਂ ਕਿ ਅਸੀਂ ਕਰਪਸ਼ਨ 10 ਦਿਨਾਂ ਦੇ ਵਿੱਚ ਖਤਮ ਕਰ ਦਿੱਤੀ। ਉਹ ਤਾਂ ਹਾਲੇ 10 ਦਿਨ ਨਹੀਂ ਹੋਏ ਸੀਗੇ। ਤਾਂ ਭਗਵੰਤ ਮਾਨ ਪਹਿਲਾਂ ਜਿੱਥੇ 10 ਦਿਨਾਂ ਦੇ ਅੰਦਰ ਕਹਿ ਰਹੇ ਸੀ ਅਸੀਂ ਕਰਪਸ਼ਨ ਫ੍ਰੀ ਕਰਤਾ ਪੰਜਾਬ, ਤਾਂ ਹੁਣ 3 ਮਹੀਨੇ ਬੀਤਣ ਜਾਣ ਤੋਂ ਬਾਅਦ ਵੀ ਇਹ ਗੱਲ ਕਹਿ ਰਿਹਾ ਕਿ ਅਸੀਂ ਕਰਪਸ਼ਨ ਪੂਰੇ ਤਰੀਕੇ ਦੇ ਨਾਲ ਹਾਲੇ ਤੱਕ ਨਹੀਂ ਖਤਮ ਕਰ ਸਕੇ। ਬੇਸ਼ੱਕ ਹਾਲੇ 3 ਮਹੀਨੇ ਹੋਏ ਆ, ਸਮਾਂ ਚਾਹੀਦਾ ਹੁੰਦਾ ਅਜਿਹੀਆਂ ਚੀਜ਼ਾਂ ਨੂੰ ਖਤਮ ਕਰਨ ਦੇ ਲਈ, ਕਿਉਂਕਿ 70 ਸਾਲਾਂ ਦੇ ਵਿੱਚ ਰਿਸ਼ਵਤਖੋਰਾਂ ਦੇ ਹੱਡਾਂ ਦੇ ਵਿੱਚ ਇਹ ਚੀਜ਼ ਰਚ ਚੁੱਕੀ ਹੈ। ਪਰ ਅਸੀਂ ਤਾਂ ਨਹੀਂ ਇਹ ਗੱਲ ਕਹੀ ਸੀਗੀ ਕਿ 10 ਦਿਨਾਂ ਦੇ ਵਿੱਚ ਤੁਸੀਂ ਚੈਲੰਜ ਕਰਦੇ ਹੋ, ਤੁਸੀਂ ਐਲਾਨ ਕਰਦੇ ਹੋ ਕਿ ਅਸੀਂ ਖਤਮ ਕਰ ਦਿੱਤੀ ਹੈ। ਪਹਿਲਾਂ 10 ਦਿਨਾਂ ਦੇ ਵਿੱਚ ਤੁਸੀਂ ਐਲਾਨ ਕਰ ਦਿੰਦੇ ਹੋ ਕਿ ਅਸੀਂ ਕਰਪਸ਼ਨ ਫ੍ਰੀ ਪੰਜਾਬ ਕਰਤਾ, ਬਾਅਦ 'ਚੋਂ 3 ਮਹੀਨੇ ਬੀਤੇ ਜਾਣ ਤੋਂ ਬਾਅਦ ਵੀ ਇਹ ਗੱਲਾਂ ਕਹਿ ਦਿੰਦੇ ਹੋ ਕਿ ਨਹੀਂ ਜੀ ਹਾਲੇ ਤੱਕ ਤਾਂ ਕਰਪਸ਼ਨ ਪੰਜਾਬ ਦੇ ਵਿੱਚੋਂ ਪੂਰੇ ਤਰੀਕੇ ਦੇ ਨਾਲ ਜਿਹੜੀ ਉਹ ਖਤਮ ਨਹੀਂ ਹੋ ਸਕੀ। ਇਸ ਕਰਕੇ ਹੋਸ਼ੇਪਣ ਦਾ ਜਿਹੜਾ ਇੱਥੋਂ ਪਤਾ ਲੱਗਦਾ ਹੈ ਕਿ ਜਲਦ ਤੋਂ ਜਲਦ ਐਲਾਨ ਕਰਨ ਦੇ ਚੱਕਰ ਦੇ ਵਿੱਚ ਜਿਹੜੀਆਂ ਪਾਰਟੀਆਂ ਐਲਾਨਬਾਜ਼ੀਆਂ ਕਰ ਦਿੰਦੀਆਂ, ਪਰ ਜਦੋਂ ਲੋਕਾਂ ਦੇ ਵਿੱਚ ਜਾਣ ਦੀ ਅਸਲੀਅਤ ਪਤਾ ਲੱਗਦੀ ਹੈ ਤਾਂ ਫਿਰ ਉਹਨਾਂ ਬਿਆਨਾਂ ਤੋਂ ਵੀ, ਆਪਣੇ ਮੁੱਕਰਦੇ ਬਿਆਨਾਂ ਤੋਂ ਵੀ, ਜਿਹੜਾ ਇਹ ਮੁੱਕਰਨ ਤੋਂ ਵੀ ਆਪਣੇ ਬਿਆਨਾਂ ਤੋਂ ਟਾਈਮ ਨਹੀਂ ਲਾਉਂਦੇ ਇਹ। ਤਾਂ ਅਣਖੀ ਸਾਹਿਬ, ਦੂਜੇ ਪਾਸੇ ਗੱਲ ਇਹ ਹੈ ਕਿ ਜਦੋਂ ਅਰਵਿੰਦ ਕੇਜਰੀਵਾਲ ਕਾਂਗਰਸ ਦੀ ਸਰਕਾਰ ਮੌਕੇ ਆਉਂਦੇ ਹੁੰਦੇ ਸੀ ਤਾਂ ਟੈਂਕੀਆਂ ਤੇ ਚੜੇ ਮੁਲਾਜ਼ਮਾਂ ਦੇ ਨਾਲ, ਧਰਨਾ ਦੇਣ ਵਾਲੇ ਮੁਲਾਜ਼ਮਾਂ ਦੇ ਨਾਲ ਮੁਲਾਕਾਤਾਂ ਕਰਦੇ ਹੁੰਦੇ ਸੀਗੇ। ਹੁਣ ਅਰਵਿੰਦ ਕੇਜਰੀਵਾਲ ਅੱਜ ਪੰਜਾਬ ਆਏ ਆ
ਅੱਜ ਕਿਸੇ ਦੇ ਨਾਲ ਮੁਲਾਕਾਤ ਨਹੀਂ ਕੀਤੀ ਗਈ। ਹਾਲਾਂਕਿ ਕਈ ਦਿਨਾਂ ਤੋਂ ਕਈ ਤਰ੍ਹਾਂ ਦੀਆਂ ਜਥੇਬੰਦੀਆਂ ਮੁੱਖ ਮੰਤਰੀ ਦੇ ਘਰ ਦੇ ਬਾਹਰ ਟੈਂਕੀਆਂ ਦੇ ਉੱਪਰ ਚੜ੍ਹ ਕੇ ਰੋਸ ਪ੍ਰਦਰਸ਼ਨ ਜਿਹੜੀਆਂ ਉਹ ਕਰ ਰਹੀਆਂ ਨੇ। ਪਿਛਲੇ ਕਈ ਦਿਨਾਂ ਤੋਂ ਕੋਈ ਵੀ ਮੰਤਰੀ ਜਾਂ ਸੰਤਰੀ ਜਾਂ ਕੋਈ ਜਿਹੜਾ ਵਿਧਾਇਕ ਕੋਈ ਵੀ ਜਿਹੜਾ ਉਹਨਾਂ ਨੂੰ ਮਿਲਣ ਨਹੀਂ ਗਿਆ। ਤੇ ਜਦੋਂ ਪਤਾ ਲੱਗਿਆ ਕਿ ਅੱਜ ਅਰਵਿੰਦ ਕੇਜਰੀਵਾਲ ਨੇ ਪੰਜਾਬ ਆਉਣਾ ਹੈ ਤਾਂ ਉਹਨਾਂ ਨੇ ਜਾ ਕੇ ਜਿਹੜਾ ਉਹਨਾਂ ਨੂੰ ਮਨਾਇਆ, ਕਿਸੇ ਤਰੀਕੇ ਦੇ ਨਾਲ ਉਹਨਾਂ ਨੂੰ ਘਰਾਂ ਘਰਾਂ 'ਚ ਭੇਜ ਦਿੱਤਾ। ਕਿ ਅਰਵਿੰਦ ਕੇਜਰੀਵਾਲ ਨੂੰ ਇਹ ਚੀਜ਼ ਚੇਤੇ ਨਹੀਂ ਆਈ ਜਾਂ ਅਰਵਿੰਦ ਕੇਜਰੀਵਾਲ ਨੂੰ ਪਤਾ ਨਹੀਂ ਲੱਗਿਆ ਕਿ ਭਾਈ ਪੰਜਾਬ ਦੇ ਵਿੱਚ ਧਰਨੇ ਤਾਂ ਹੁਣ ਵੀ ਲੱਗੇ ਆ। ਹੁਣ ਅਰਵਿੰਦ ਕੇਜਰੀਵਾਲ ਨੇ ਅੱਜ ਉਹਨਾਂ ਮੁਲਾਜ਼ਮਾਂ ਦੇ ਨਾਲ ਮੁਲਾਕਾਤ ਕਿਉਂ ਨਹੀਂ ਕੀਤੀ? ਔਰ ਬੇਸ਼ੱਕ ਸਰਕਾਰ ਦੇ ਕੁਝ ਨੁਮਾਇੰਦਿਆਂ ਨੇ ਉਹਨਾਂ ਦੇ ਧਰਨੇ ਜਿਹੜੇ ਆ ਉਹ ਲਾਰੇ ਲੱਪੇ ਲਾ ਕੇ ਚੁਕਾ ਦਿੱਤੇ, ਹੁਣ ਅਰਵਿੰਦ ਕੇਜਰੀਵਾਲ ਅੱਗੇ ਸਾਫ਼ ਸੁਥਰਾ ਜਿਹੜਾ ਮਾਹੌਲ ਕਰਕੇ ਦਿਖਾ ਦਿੱਤਾ ਹੋਵੇ, ਪਰ ਕੁਝ ਲੋਕ ਅਜਿਹੇ ਵੀ ਸੀ ਵਿਦਿਆਰਥੀ ਜਥੇਬੰਦੀਆਂ ਜਿਨ੍ਹਾਂ ਨੇ ਐਨ ਤਾਂ ਰੋਡ ਸ਼ੋਅ ਵਾਲੀ ਜਗ੍ਹਾ ਦੇ ਕੋਲ ਧਰਨਾ ਪ੍ਰਦਰਸ਼ਨ ਕਰ ਹੀ ਦਿੱਤਾ। ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ? ਸੁਖਵਿੰਦਰ ਜੀ, ਇਸ ਪ੍ਰਸ਼ਨ ਜਿਹੜਾ ਤੁਸੀਂ ਕੀਤਾ ਇਹਦੀ ਗੱਲ ਮੈਂ ਬਾਅਦ ਚ ਕਰਦਾ, ਕਿਉਂਕਿ ਮੇਰੀ ਜਿਹੜੀ ਅਮਨ ਕਾਨੂੰਨ ਦੀ ਜਿਹੜੀ ਸਥਿਤੀ ਸੀ ਉਹ ਪ੍ਰਸ਼ਨ ਜਿਹੜਾ ਥੋੜਾ ਜਿਹਾ ਪੱਖ ਰਹਿ ਗਿਆ। ਦੇਖੋ, ਮੈਂ ਗੱਲ ਲੱਗਾ ਕਰ ਸਿੱਧੂ ਮੂਸੇਵਾਲ ਦੇ ਕਤਲ ਦੀ। ਸਿੱਧੂ ਮੂਸੇਵਾਲ ਦਾ ਕਤਲ ਪੰਜਾਬ 'ਚ ਹੁੰਦਾ, ਮਾਨਸਾ ਦੇ ਵਿੱਚ ਹੁੰਦਾ, ਔਰ ਮਾਨਸਾ ਦੇ ਪਿੰਡ ਜਵਾਰ ਕੀ ਵਾਲਾ ਦੇ ਇਲਾਕੇ ਹੁੰਦਾ। ਔਰ ਜਿੰਨੇ ਵੀ ਅੱਜ ਤੱਕ ਸ਼ੂਟਰ ਜਿਹੜੇ ਫੜੇ ਗਏ ਨੇ ਜਾਂ ਜਿੰਨੀ ਵੀ ਕਾਰਵਾਈ ਦਿੱਲੀ ਪੁਲਿਸ ਦਾ ਸਪੈਸ਼ਲ ਜਿਹੜਾ ਸੈੱਲ ਹੈ ਜਿੰਨੀ ਤੇਜ਼ੀ ਨਾਲ ਉਹ ਕਰਦਾ ਪਿਆ, ਉਹਦੇ ਦੇ ਬਜਾਏ ਜੇਕਰ ਤੁਸੀਂ ਪੰਜਾਬ ਪੁਲਿਸ ਦੀ ਕਾਰਵਾਈ ਵੇਖੋ ਤਾਂ ਤੁਹਾਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਮੁਕਾਬਲੇ ਪੰਜਾਬ ਪੁਲਿਸ ਦੀ ਕਾਰਵਾਈ ਤੁਹਾਨੂੰ ਜ਼ੀਰੋ ਦੇ ਸਮਾਨ ਲੱਗਦੀ ਹੈ। ਅਜੇ ਤੱਕ ਪੰਜਾਬ ਦੀ ਪੁਲਿਸ ਜਿਹੜੀ ਹੈ ਸਿੱਧੂ ਮੂਸੇਵਾਲ ਦੇ ਕਤਲ ਦੇ ਵਿੱਚ ਜ਼ਿੰਮੇਵਾਰ ਕਿਸੇ ਇੱਕ ਵੀ ਵਿਅਕਤੀ ਨੂੰ ਮੇਰਾ ਨਹੀਂ ਖਿਆਲ ਫੜ ਸਕੀ ਹੋਵੇ, ਜਦੋਂ ਕਿ ਅੱਜ ਦਿੱਲੀ ਪੁਲਿਸ ਨੇ ਦੋ ਜਿਹੜੇ ਸ਼ੂਟਰ ਨੇ ਉਹ ਵੀ ਜਿਹੜੇ ਅਰੈਸਟ ਕਰ ਲਏ ਔਰ ਬਕਾਇਦਾ ਤੌਰ ਤੇ ਜਿਹੜਾ ਅਸਲਾ ਆ ਉਹ ਵੀ ਉਹਨਾਂ ਨੇ ਸ਼ੋਅ ਕਰਤਾ ਔਰ ਪੂਰੀ ਪਲੈਨਿੰਗ ਦੱਸ ਦਿੱਤੀ ਗਈ ਹੈ ਕਿ ਕਿਸ ਤਰੀਕੇ ਨਾਲ ਹਮਲਾ ਹੋਣਾ ਹੈ ਜਾਂ ਕਿਸ ਤਰੀਕੇ ਨਾਲ ਨਹੀਂ ਹੋਣਾ। ਤੁਸੀਂ ਉਸ ਅਮਨ ਕਾਨੂੰਨ ਦੀ ਸਥਿਤੀ ਦੀ ਗੱਲ ਕਰ ਰਹੇ ਜੇ ਕਿ ਜਿਹੜੀ ਅਮਨ ਕਾਨੂੰਨ ਦੀ ਸਥਿਤੀ ਇਹਨਾਂ ਨੇ ਕਾਇਮ ਕਰਨੀ, ਉਹ ਇਹਨਾਂ ਕੋਲ ਹੋ ਨਹੀਂ ਰਹੀ। ਦੂਜੇ ਪਾਸੇ ਜਿਹੜੀਆਂ ਪੰਜਾਬ ਦੀਆਂ ਘਟਨਾਵਾਂ ਹੋ ਰਹੀਆਂ, ਉਹਨਾਂ ਘਟਨਾਵਾਂ ਦੇ ਜ਼ਿੰਮੇਵਾਰ ਸ਼ਖਸ ਜਿਹੜੀਆਂ ਦੂਜੇ ਰਾਜਾਂ ਦੀ ਪੁਲਿਸ ਜਿਹੜੀ ਫੜਦੀ ਪਈ ਆ, ਫਿਰ ਇਹ ਸਾਰੇ ਸਿਨੈਰੀਓ ਦੇ ਵਿੱਚ ਪੰਜਾਬ ਸਰਕਾਰ ਕਿੱਥੇ ਖਲੋਤੀ ਆ? ਪ੍ਰਸ਼ਨ ਇਹ ਹੈ ਕਿ ਘਟਨਾਵਾਂ ਨੂੰ ਤੁਸੀਂ ਰੋਕਣ ਤੋਂ ਤਾਂ ਅਸਮਰੱਥ ਹੈ ਹੀ ਜੀ। ਪਿਛਲੇ ਜਿਸ ਤਰੀਕੇ ਨਾਲ ਹਰ ਤਰੀਕੇ ਨਾਲ ਘਟਨਾ ਹੋ ਰਹੀ, ਕਿਤੇ ਕੋਈ ਕਿਤੇ ਕੁਝ ਕਿਤੇ ਕੁਝ, ਤਾਂ ਜਿਹੜੀਆਂ ਘਟਨਾਵਾਂ ਹੋ ਰਹੀਆਂ ਨੇ ਜ਼ਿੰਮੇਵਾਰ ਜਿਹੜੇ ਬੰਦੇ ਨੇ ਉਹ ਬਾਹਰ ਦੇ ਰਾਜਾਂ ਦੀ ਪੁਲਿਸ ਫੜਦੀ ਪਈ ਆ, ਤੇ ਫਿਰ ਤੁਸੀਂ ਪਿੱਠ ਕਿਸ ਪਾਸੇ ਆਪਣੀ ਥਾਪੜ ਦੇ ਜੀ। ਵੱਡਾ ਪ੍ਰਸ਼ਨ ਇਹ ਆ ਕਿ ਅਜੇ ਤੱਕ ਸਿੱਧੂ ਮੂਸੇਵਾਲ ਦੇ ਕਤਲ ਦੇ ਵਿੱਚ ਮੈਨੂੰ ਪੰਜਾਬ ਪੁਲਿਸ ਦੀ ਜਿਹੜੀ ਆਊਟਪੁੱਟ ਆ ਬਿਲਕੁਲ ਜਿਹੜੀ ਹੈ ਜ਼ੀਰੋ ਦੇ ਸਮਾਨ ਲੱਗਦੀ। ਉੱਥੇ ਖਲੋਤੀ ਭਗਵੰਤ ਮਾਨ ਕਹਿ ਰਹੇ ਸੀ ਕਿ ਲਾਰੈਂਸ ਨੂੰ ਅਸੀਂ ਫੜ ਕੇ ਇੱਥੇ ਲੈਂਦਾ, ਲਾਰੈਂਸ ਤਾਂ ਅੱਗੇ ਦਿੱਲੀ ਪੁਲਿਸ ਦੀ ਮਾਫੜ ਦਾ ਤਿਹਾੜ ਜੇਲ੍ਹ ਚ ਉੱਥੋਂ ਚੁੱਕ ਕੇ ਲੈਂਦਾ, ਕੋਈ ਗੱਲ ਨਹੀਂ। ਗੱਲ ਹੈ ਕਿ ਠੋਸ ਕਾਰਵਾਈ ਦੀ। ਮੈਂ ਇਸ ਪੱਖ ਤੋਂ ਪੰਜਾਬ ਸਰਕਾਰ ਦੀ ਇਹ ਜਿਹੜੀ ਢਿਲਮਾਤੀ ਨੀਤੀ ਆ ਇਹਦੇ ਨਾਲ ਮਤਲਬ ਵਾਕਿਆ ਹੀ ਇਹ ਅਫਸੋਸ ਜ਼ਾਹਿਰ ਹੁੰਦਾ ਕਿ ਸਾਰੀ ਪੁਲਿਸ ਸੰਗਰੂਰ ਰੈਲੀ ਚਲਾਈ ਆ ਕਿ ਜਿੱਥੇ ਵੋਟਾਂ ਹੋਣੀਆਂ ਨੇ, ਦੂਜੇ ਪਾਸੇ ਦਿੱਲੀ ਪੁਲਿਸ ਜਿਹੜੀ ਹੈ ਬੰਦੇ ਫੜ ਕੇ ਸ਼ੋਅ ਕਰਨ ਰਹੀ ਆ। ਤਾਂ ਇਹਦੇ ਨਾਲ ਪੰਜਾਬ ਪੁਲਿਸ ਦੀ ਉਹ ਕਾਰਜਸ਼ੈਲੀ ਵੀ ਮਾਫ ਕਰਦਾ, ਪੰਜਾਬ ਸਰਕਾਰ ਦੀ ਉਹ ਵੀ ਕਾਰਜਸ਼ੈਲੀ ਨਕੰਮੀ ਕਾਰਜਸ਼ੈਲੀ ਸ਼ੋਅ ਹੁੰਦੀ ਹੈ ਕਿ ਕਿੰਨੀ ਸੁਸਰੀ ਦੀ ਚਾਲ ਜਿਹੜੀ ਇਹ ਚੱਲ ਰਹੀ ਹੈ। ਖੈਰ, ਇਹ ਗੱਲ ਮੈਂ ਜ਼ਰੂਰੀ ਕਰਦੀ ਹਾਂ। ਦੂਜਾ ਪ੍ਰਸ਼ਨ ਜਿਹੜਾ ਤੁਸੀਂ ਮੈਨੂੰ ਕੀਤਾ ਕਿ ਅਰਵਿੰਦ ਕੇਜਰੀਵਾਲ ਜਦੋਂ ਉਦੋਂ ਆਏ ਪਿਛਲੇ ਦੌਰ 'ਚ ਜਦੋਂ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਸੀ, ਉਦੋਂ ਇਲੈਕਸ਼ਨਾਂ ਦਾ ਮਾਹੌਲ ਬਿਲਕੁਲ ਆਪਣੇ ਸਿਖਰ ਤੇ ਸੀ। ਮੁਹਾਲੀ 'ਚ ਅਧਿਆਪਕਾਂ ਦੇ ਧਰਨੇ ਜਿਹੜੇ ਲੱਗੇ, ਚਰਨਜੀਤ ਸਿੰਘ ਚੰਨੀ ਔਰ ਪ੍ਰਗਟ ਸਿੰਘ ਜਿਹੜੇ ਸੀ ਐਜੂਕੇਸ਼ਨ ਮੰਤਰੀ ਸੀ, ਤਾਂ ਉਸ ਵਕਤ ਉਹਨਾਂ ਦਾ ਕੋਈ ਜਿਹੜਾ ਰਾਬਤਾ ਉਹਨਾਂ ਦਾ ਵਿਦਿਆਰਥੀ ਜਿਹੜੇ ਖਲੋਤੇ ਸੀ ਜਾਂ ਬੇਰੁਜ਼ਗਾਰ ਅਧਿਆਪਕ ਉਹ ਉਹਨਾਂ ਤੋਂ ਸੰਤੁਸ਼ਟ ਨਹੀਂ ਸਨ। ਤਾਂ ਅਰਵਿੰਦ ਕੇਜਰੀਵਾਲ ਔਰ ਭਗਵੰਤ ਮਾਨ ਬਕਾਇਦਾ ਜਾ ਕੇ ਮੁਹਾਲੀ ਦੇ ਉਸ ਧਰਨੇ ਦੇ ਵਿੱਚ ਬੈਠੇ, ਮੈਨੂੰ ਯਾਦ ਹੈ ਪੂਰੇ ਇੰਸੀਡੈਂਟ। ਔਰ ਇੰਨੀ ਗੱਲ ਭਗਵੰਤ ਮਾਨ ਨੇ ਕਹੀ, ਮਾਫ ਕਰਦਾ ਅਰਵਿੰਦ ਕੇਜਰੀਵਾਲ ਉਹਨਾਂ ਨੇ, ਕਿ ਅਧਿਆਪਕ ਮੇਰੇ ਸਾਡੇ ਆਮ ਆਦਮੀ ਪਾਰਟੀ ਦੀ ਸਰਕਾਰ 'ਚ ਸੜਕਾਂ ਤੇ ਨਹੀਂ ਰੁਲਣਗੇ, ਆਪਣੀਆਂ ਡਿਊਟੀਆਂ ਦੇਣਗੇ। 3 ਮਹੀਨੇ ਜਾਂ 4 ਮਹੀਨੇ ਬੀਤਣ ਤੋਂ ਬਾਅਦ ਅੱਜ ਵੀ ਅਧਿਆਪਕ ਜਿਹੜੇ ਨੇ ਸੜਕਾਂ ਤੇ ਰੁਲਦੇ ਪਏ। ਜਿਸ ਤਰੀਕੇ ਨਾਲ ਤੁਸੀਂ ਗੱਲ ਕੀਤੀ ਸੰਗਰੂਰ ਦੀਆਂ ਟੈਂਕੀਆਂ ਤੇ ਚੜੇ ਨੇ, ਜਿੰਨਾ ਚਿਰ ਇਲੈਕਸ਼ਨ 'ਚ ਅਰਵਿੰਦ ਕੇਜਰੀਵਾਲ ਦਾ ਦੌਰਾ ਜਿੰਨਾ ਚਿਰ ਡਿਕਲੇਅਰ ਨਹੀਂ ਹੋਇਆ, ਉਹਨਾਂ ਚਿਰ ਤੱਕ ਵੀ ਕਿੱਡੇ ਸ਼ਰਮ ਦੀ ਗੱਲ ਆ, ਕੋਈ ਐਮਐਲਏ ਕੋਈ ਮੰਤਰੀ ਉਹਨਾਂ ਤੱਕ ਜਿਹੜੇ ਟੈਂਕੀਆਂ ਤੇ ਚੜੇ ਅਧਿਆਪਕ ਸੀ ਕਿਸੇ ਨੇ ਉਹਨਾਂ ਦੀ ਸਾਰ ਜਿਹੜੀ ਆ ਉੱਥੋਂ ਤੱਕ ਨਹੀਂ ਲਈ ਜਾਂ ਉਹਨਾਂ ਨਾਲ ਗੱਲਬਾਤ ਨਹੀਂ ਕੀਤੀ। ਜਦੋਂ ਪਤਾ ਲੱਗਾ ਕਿ ਕੇਜਰੀਵਾਲ ਆ ਰਿਹਾ, ਫਿਰ ਜਾ ਕੇ ਆਨੰਦ ਫਾਨਨ ਦੇ ਵਿੱਚ ਜਿਹੜੇ ਉੱਥੋਂ ਦੇ ਨੀਨਾ ਮਿੱਤਲ ਵਿਧਾਇਕ ਨੇ ਉਹ ਗਏ ਉੱਤੇ ਜਾ ਕੇ ਗੱਲਬਾਤ ਲੰਬਾ ਪੋਚੀ ਕਰਕੇ ਉਹਨਾਂ ਨੂੰ ਥੱਲੇ ਉਤਾਰ ਲਿਆ ਗਿਆ। ਇਹਦੇ ਨਾਲ ਸਰਕਾਰ ਦੀ ਉਹ ਗੰਭੀਰਤਾ ਜਾਂ ਅਸੀਂ ਕਹਿ ਸਕਦੇ ਸਰਕਾਰ ਦਾ ਉਹ ਪੱਖ ਸਪਸ਼ਟ ਹੁੰਦਾ ਕਿ ਸਰਕਾਰ ਜਦੋਂ ਵਿਰੋਧੀ ਧਿਰ ਦੇ ਵਿੱਚ ਸੀ ਉਦੋਂ ਇਹਦੀ ਭੂਮਿਕਾ ਕੀ ਸੀ। ਉਦੋਂ ਮੈਂ ਜਿਸ ਤਰੀਕੇ ਨਾਲ ਆਪਾਂ ਸਵੇਰੇ ਵੀ ਗੱਲ ਕੀਤੀ ਕਿ ਸਰਕਾਰ ਨੂੰ ਮਾਫ ਕਰਦਾ ਆਮ ਆਦਮੀ ਪਾਰਟੀ ਨੂੰ ਸ਼ਾਇਦ ਇਹ ਭਰੋਸਾ ਨਹੀਂ ਸੀ ਕਿ ਅਸੀਂ ਸਰਕਾਰ ਬਣਾ ਜਾਗੇ, ਕਿਉਂਕਿ ਉਸ ਵੇਲੇ ਭਾਜਪਾ ਨੇ ਜਿਸ ਤਰੀਕੇ ਨਾਲ ਕਿਸਾਨ ਕਾਨੂੰਨ ਵਾਪਸ ਲਏ ਸਨ, ਜਿਸ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਪੂਰੀ ਫਾਰਮ ਦੇ ਵਿੱਚ ਸੀ, ਤੇ ਜਿਸ ਤਰੀਕੇ ਨਾਲ ਕਾਂਗਰਸ
ਆਪਣੇ ਇੱਕ ਚੰਗਾ 90 ਦਿਨਾਂ ਦੇ ਰਾਜਕਾਲ ਕਰਕੇ ਇਹ ਸਮਝਦੀ ਪਈ ਸੀ ਕਿ ਮੈਦਾਨ ਸਾਰਾ ਖਾਲੀ ਆ। ਬਿਲਕੁਲ। ਤਾਂ ਉਹ ਸਾਰੇ ਸੰਦਰਭਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵੀ ਲੱਗਦਾ ਹੈ ਕਿ ਆਪਾਂ ਕਿਹੜਾ ਜਿੱਤਣਾ, ਚਲੋ ਕੋਈ ਗੱਲ ਨਹੀਂ, ਗਰੰਟੀਆਂ ਦੇਈ ਜਾਓ, ਗਰੰਟੀ ਆਪਾਂ ਵਾਅਦੇ ਕਰੀ ਜਾਂਦੇ ਆ, ਜਦੋਂ ਟਾਈਮ ਆਊਗਾ ਫਿਰ ਵੇਖ ਲਾਂਗੇ। ਪਰ ਖੈਰ ਲੋਕਾਂ ਨਾਲ ਜੇਕਰ ਲੋਕਾਂ ਨਾਲ ਇਹਨਾਂ ਨੇ ਧੋਖਾ ਕੀਤਾ ਤਾਂ ਲੋਕਾਂ ਨੂੰ ਗਰੰਟੀਆਂ ਦਿੱਤੀਆਂ, ਉਸ ਤਰੀਕੇ ਦੀਆਂ ਗੱਲਾਂ ਕੀਤੀਆਂ ਕਿ ਅਸੀਂ ਤੁਹਾਡੀ ਬਾਂਹ ਫੜਾਂਗੇ, ਤੁਹਾਡੇ ਹੱਕ ਜਿਹੜੇ ਤੁਹਾਨੂੰ ਮਿਲਣਗੇ। ਪਰ 4 ਮਹੀਨੇ ਜਾਂ 5 ਮਹੀਨੇ ਬੀਤਣ ਤੋਂ ਬਾਅਦ ਵੀ ਜੇਕਰ ਅਧਿਆਪਕ ਵਰਗ ਜਾਂ ਉਹਨਾਂ ਵਰਗੇ ਹੋਰ ਕਈ ਵਿਦਿਆਰਥੀ ਜਥੇਬੰਦੀਆਂ ਸੜਕਾਂ ਦੇ ਧੂੜ ਫੱਕਦੀਆਂ ਪਈਆਂ ਨੇ ਤੇ ਸਰਕਾਰ ਦਾ ਕੋਈ ਨੁਮਾਇੰਦਾ ਉਹਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ, ਤਾਂ ਫਿਰ ਤਾਂ ਆਊਟਪੁੱਟ ਜਿਹੜੀ ਹੈ ਸਰਕਾਰ ਦੀ ਉਹ ਪਤਾ ਲੱਗੇਗਾ। ਇਹੋ ਜਿਹੀ ਹੈਗੀ ਆ ਸਾਹਿਬ ਸੰਗਰੂਰ ਦੀ ਜਿਮਨੀ ਚੋਣ ਦੇ ਵਿੱਚ ਲੋਕ ਇਸ ਦਾ ਜਵਾਬ ਦੇਣ, ਜਿਹਦੇ ਮਾਰਜਨ ਦੇ ਨਾਲ ਭਗਵੰਤ ਮਾਨ ਇਸ ਹਲਕੇ ਤੋਂ ਜਿੱਤਦੇ ਰਹੇ ਆ। ਜੇਕਰ ਉਹ ਮਾਰਜਨ 'ਚ ਕਮੀ ਹੁੰਦੀ ਹੈ ਸੁਖਵਿੰਦਰ ਜੀ, ਤਾਂ ਫਿਰ ਇਟ ਮੀਨਸ ਇਹ ਸਾਫ਼ ਅਰਥ ਇਹ ਨਿਕਲਣਗੇ ਕਿ 3 ਮਹੀਨਿਆਂ 'ਚ ਹੀ ਭਾਂਡੇ ਜਿਹੜੇ ਨੇ ਲੋਕਾਂ ਨੇ ਮਾਂਜ ਕੇ ਸਾਹਮਣੇ ਰੱਖ ਦਿੱਤੇ ਆ। ਫਿਰ ਅਗਲੀਆਂ ਜਿਹੜੀਆਂ 2024 ਦੀਆਂ ਵੋਟਾਂ ਨੇ ਉਹ ਸਰਕਾਰ ਭੁੱਲ ਜਾਵੇ। ਚਾਹੀਦਾ ਜ਼ਰੂਰ ਸੀ ਕਿ ਅਰਵਿੰਦ ਕੇਜਰੀਵਾਲ ਆਏ, ਅੱਜ ਆਣ ਕੇ ਉਹਨਾਂ ਦੇ ਅਧਿਆਪਕ ਜਥੇਬੰਦੀਆਂ ਨੂੰ ਜਾਂ ਆਗੂਆਂ ਨੂੰ ਮਿਲਦੇ, ਪਰ ਸ਼ਾਇਦ ਇਹ ਵੀ ਗੱਲ ਹੋ ਸਕਦੀ ਆ ਕਿ ਉਹ ਕਹਿ ਦੇਣ ਜੀ ਕੋਡ ਆਫ ਕੰਡਕਟ ਲੱਗਾ, ਅਸੀਂ ਇਹਨਾਂ ਨਾਲ ਗੱਲਬਾਤ ਜਾਂ ਨਹੀਂ ਕਰ ਸਕਦੇ, ਕੋਈ ਇਹੋ ਜਿਹਾ ਵੀ ਉਹਨਾਂ ਕੋਲ ਬਹਾਨਾ ਜਿਹੜਾ ਹੋ ਸਕਦਾ। ਪਰ ਇਹ ਜ਼ਰੂਰੀ ਸੀ ਕਿ ਉਹਨਾਂ ਨਾਲ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਨਾਲ, ਉਹਨਾਂ ਅਧਿਆਪਕਾਂ ਨਾਲ ਜਿਹੜੇ ਇਹਨੇ ਬੀਤੇ ਲੰਮੇ ਸਮੇਂ ਤੋਂ ਆਪਣੇ ਸੰਘਰਸ਼ ਕਰ ਰਹੇ ਆਪਣੇ ਹੱਕਾਂ ਵਾਸਤੇ, ਉਹਨਾਂ ਦੀ ਗੱਲ ਜ਼ਰੂਰ ਸੀ। ਬਿਲਕੁਲ। ਤਾਂ ਉਧਰ ਕਾਨੂੰਨ ਵਿਵਸਥਾ ਦੇ ਮੁੱਦੇ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਨੇ ਭਗਵੰਤ ਮਾਨ ਨੂੰ ਘੇਰਿਆ। ਭਗਵੰਤ ਮਾਨ ਦੇ ਨਾਲ ਪਿਛਲੇ ਕਈ ਦਿਨਾਂ ਦੀ ਟੱਸਲ ਜਿਹੜੀ ਚੱਲਦੀ ਆ ਰਹੀ ਹੈ ਸੁਖਬੀਰ ਸਿੰਘ ਬਾਦਲ ਦੀ। ਭਗਵੰਤ ਮਾਨ ਨੇ ਪਹਿਲਾਂ ਇਹ ਗੱਲ ਕਹਿਤਾ ਕਿ ਸ਼ਿਵਾਲਕ ਦੀਆਂ ਪੁਹਾੜੀਆਂ ਤੇ ਜਿਹੜੇ ਕਾਗਜ਼ ਕੱਢੋ। ਅੱਜ ਵੀ ਜਿਹੜੇ ਮੰਤਰੀ ਨੂੰ ਆਪਣੇ ਨੂੰ ਕਹਿਤਾ ਕਿ ਤੁਸੀਂ ਮੈਦਾਨੀ ਇਲਾਕਿਆਂ ਦੀ ਜ਼ਮੀਨ ਜਿਹੜੀ ਆ ਬੜੀ ਖਾਲੀ ਕਰਾ ਲਈ ਹੈ ਤੇ ਹੁਣ ਤੁਸੀਂ ਥੋੜਾ ਜਰਾ ਕਹਿੰਦੇ ਪਹਾੜੀਆਂ ਵਾਲੇ ਸ਼ਿਵਾਲਕ ਦੀਆਂ ਪਹਾੜੀਆਂ ਵਾਲੇ ਪਾਸੇ ਨੂੰ ਹੋ ਜਾਓ। ਉਧਰ ਕਹਿੰਦੇ ਬੜੀਆਂ ਜਿਹੜੀਆਂ ਜ਼ਮੀਨਾਂ ਨੱਪੀਆਂ ਹੋਈਆਂ ਨੇ। ਤਾਂ ਕੱਲ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਚੈਲੰਜ ਕਰ ਦਿੱਤਾ ਸੀ, ਉਹ ਕਹਿੰਦੇ ਕਿ ਜੇ ਮੇਰਾ ਸੁਖ ਵਿਲਾਸ ਹੋਟਲ ਜਿਹੜਾ ਉਹ ਗਲਤ ਕਾਗਜ਼ਾਂ ਤੇ ਬਣਿਆ ਤੇ ਮੇਰੇ ਤੇ ਫਿਰ ਕਹਿੰਦੇ ਕਾਰਵਾਈ ਕਰ ਦੇਣੀ ਚਾਹੀਦੀ ਆ। ਭਗਵੰਤ ਮਾਨ ਵੇਟ ਕਿਸ ਗੱਲ ਦੀ ਕਰ ਰਿਹਾ, ਚੈਲੰਜ ਕਰ ਦਿੱਤਾ। ਖੈਰ ਇਸ ਖਬਰ ਤੇ ਆਪਾਂ ਜਿਹੜੀ ਆ ਚਰਚਾ ਕਰ ਦਿੱਤੀ ਸੀ, ਪਰ ਇਸੇ ਲੜੀ ਦੇ ਵਿੱਚ ਅੱਜ ਸੁਖਬੀਰ ਸਿੰਘ ਬਾਦਲ ਨੇ ਜਿਹੜਾ ਭਗਵੰਤ ਸਿੰਘ ਮਾਨ ਤੋਂ ਅਸਤੀਫਾ ਮੰਗ ਲਿਆ। ਕਹਿੰਦੇ ਕਿ ਜਿਹੋ ਜੀ ਪੰਜਾਬ ਦੀ ਕਾਨੂੰਨ ਵਿਵਸਥਾ ਹੈ, ਜਿਹੋ ਜਿਹੇ ਹਾਲਾਤ ਪੰਜਾਬ ਦੇ ਅੰਦਰ ਬਣੇ ਹੋਏ ਨੇ, ਭਗਵੰਤ ਸਿੰਘ ਮਾਨ ਨੂੰ ਕਹਿੰਦੇ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦੇ ਦੇਣਾ ਚਾਹੀਦਾ ਹੈ। ਕਿਵੇਂ ਦੇਖਦੇ ਹੋ ਸੁਖਬੀਰ ਸਿੰਘ ਬਾਦਲ ਦੇ ਇਸ ਬਿਆਨ ਨੂੰ? ਹਾਸਾ ਥੋੜਾ ਇਸ ਲਈ ਆਉਂਦਾ ਹੈ ਕਿਉਂਕਿ ਸੁਖਬੀਰ ਸਿੰਘ ਬਾਦਲ ਵੀ ਅਜਿਹੇ ਜਿਹੜੇ ਬਿਆਨ ਦੇਣ ਲੱਗੇ। ਕਿਵੇਂ ਦੇਖਦੇ ਹੋ? ਕਾਲੀ ਨਹੀਂ ਜ਼ਿਆਦਾ ਦਿਖਾਤੀ ਸੁਖਬੀਰ ਸਿੰਘ ਬਾਦਲ ਨੇ? ਸੁਖਵਿੰਦਰ ਜੀ, ਗੱਲ ਸੁਖਬੀਰ ਸਿੰਘ ਬਾਦਲ ਦੀ ਕਾਲੀ ਹੈ ਜਾਂ ਨਹੀਂ ਹੈ, ਨੈਤਿਕਤਾ ਦੇ ਪ੍ਰਸ਼ਨ ਉੱਠਦਾ ਕਿ ਨੈਤਿਕਤਾ ਦੇ ਭਗਵੰਤ ਮਾਨ ਨੂੰ ਅਸਤੀਫਾ ਦੇ ਦੇਣਾ ਚਾਹੀਦਾ। ਬਿਲਕੁਲ ਮੈਨੂੰ ਔਰ ਤੁਹਾਨੂੰ ਵੀ ਹੱਕ ਹੈਗਾ ਕਿ ਅਸੀਂ ਭਗਵੰਤ ਮਾਨ ਨੂੰ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਮੰਗੀਏ। ਪੰਜਾਬ ਦੇ ਵਿੱਚ ਸਿੱਧੂ ਮੂਸੇਵਾਲਾ ਦਾ ਕਤਲ ਹੁੰਦਾ, ਨੈਤਿਕਤਾ ਦੇ ਆਧਾਰ ਤੇ ਬੜਾ ਕੁਝ ਹਰ ਪੰਜਾਬ ਦੇ ਵਾਸੀ ਨੂੰ ਹੱਕ ਆ ਕਿ ਉਹ ਭਗਵੰਤ ਮਾਨ ਨੂੰ ਕਹਿ ਸਕਦਾ। ਪਰ ਮੈਨੂੰ ਜਦੋਂ ਨੈਤਿਕਤਾ ਦੀ ਗੱਲ ਕਰਦੇ ਨਾ ਸੁਖਿੰਦਰ ਜੀ, ਖਾਸ ਤੌਰ ਤੇ ਸੁਖਬੀਰ ਸਿੰਘ ਬਾਦਲ, ਮੈਨੂੰ ਬੜਾ ਹਾਸਾ ਆਉਂਦਾ ਜਦੋਂ ਨੈਤਿਕਤਾ ਦੀ ਗੱਲ ਕਰਦੇ। ਮੈਨੂੰ ਯਾਦ ਆਉਂਦਾ ਛਿਆਟੇ ਚੌਕ ਦੇ ਵਿੱਚ ਇੱਕ ਉਸ ASI ਦਾ ਕਤਲ ਉਸ ਅਕਾਲੀ ਵਰਕਰ ਵੱਲੋਂ ਕਰ ਦਿੱਤਾ ਗਿਆ ਸੀ, ਜਿਹੜਾ ਆਪਣੀ ਧੀ ਦੀ ਸੁਰੱਖਿਆ ਵਾਸਤੇ ਉਹਦੇ ਨਾਲ ਗਿਆ ਸੀ। ਵਰਦੀ ਦੇ ਵਿੱਚ ASI ਥਾਣੇਦਾਰ ਨੂੰ ਮਾਰ ਦਿੱਤਾ ਗਿਆ ਸੀ ਤੇ ਬੰਦਾ ਕਿਹਦਾ ਸੀ? ਉਹ ਬਿਕਰਮਜੀਤ ਸਿੰਘ ਮਜੀਠੀ ਦਾ, ਅਕਾਲੀ ਸਰਕਲ ਦਾ। ਉਸ ਵਕਤ ਵੀ ਨੈਤਿਕਤਾ ਬੜਾ ਰੌਲਾ ਪਿਆ। ਸਮੇਤ ਸਿੰਘ ਸੈਣੀ DGP ਸੀ, ਕੁਝ ਨਹੀਂ ਸੀ ਹੋਇਆ। ਉਦੋਂ ਵੀ ਲੋਕਾਂ ਦੇ ਅਮਨ ਕਾਨੂੰਨ ਦੀ ਜਿਹੜੀ ਸਥਿਤੀ ਹੋਈ ਸੀ, ਥਾਣੇਦਾਰ ਨੂੰ ਮਾਰ ਦੇਣਾ ਪਰੇ ਚੌਕ ਦੇ ਵਿੱਚ, ਉਦੋਂ ਸ਼ਾਇਦ ਸੁਖਬੀਰ ਸਿੰਘ ਬਾਦਲ ਦੀ ਨੈਤਿਕਤਾ ਪਤਾ ਨਹੀਂ ਕਿੱਥੇ ਸੀ। ਮੈਨੂੰ ਉਹ ਵੀ ਗੱਲ ਚੇਤੇ ਆਉਂਦੀ ਆ ਕਿ ਜਦੋਂ ਬੇਅਦਬੀ ਦੀਆਂ ਘਟਨਾਵਾਂ ਹੁੰਦੀਆਂ ਨੇ, ਬਹਿਬਲ ਕਲਾਂ ਕੋਟਕਪੂਰਾ ਗੋਲੀਕਾਂਡ ਜਦੋਂ ਹੁੰਦਾ, ਉਸ ਵੇਲੇ ਨੈਤਿਕਤਾ ਕਿੱਥੇ ਸੀ? ਉਸ ਵੇਲੇ ਬਾਦਲ ਸਾਹਿਬ ਨੇ ਅਸਤੀਫਾ ਕਿਉਂ ਨਾ ਦਿੱਤਾ? ਬੜੇ ਇਹੋ ਜਿਹੇ ਇੰਸੀਡੈਂਟ ਨੇ ਖਾਸ ਤੌਰ ਤੇ ਸੁਖਬੀਰ ਸਿੰਘ ਬਾਦਲ ਦੇ ਨਾਲ ਸੰਬੰਧਿਤ। ਸੁਖਬੀਰ ਸਿੰਘ ਬਾਦਲ ਤੇ ਬਿਕਰਮਜੀਤ ਸਿੰਘ ਮਜੀਠੀਆ ਨੇ ਅੰਮ੍ਰਿਤਸਰ ਦੇ ਸਰਕਟ ਹਾਊਸ ਦੇ ਵਿੱਚ ਇੱਕ ਉਸ ਸਮੇਂ ਦੇ ਪੁਲਿਸ ਕਮਿਸ਼ਨਰ ਜਿਹੜਾ ਇਸ ਵੇਲੇ ਰਾਜਨੀਤਿਕ ਪਾਰਟੀ ਦਾ ਆਗੂ ਆ, ਕੀ ਕੀਤਾ ਇਹ ਵੀ ਸਾਰੇ ਲੋਕਾਂ ਨੂੰ ਪਤਾ। ਔਰ ਜਿਸ ਤਰੀਕੇ ਦੇ ਨਾਲ ਕੱਲੀ ਘਟਨਾ ਆਪਾਂ ਗਿਣਾ ਸਕਦੇ ਸੁਖਿੰਦਰ ਜੀ, ਬਹੁਤ ਕੁਝ ਇਹੋ ਜਿਹਾ ਜਿਹੜਾ ਇਹਨਾਂ 10 ਸਾਲਾਂ ਦੇ ਆਧਾਰ ਤੇ ਹੋਇਆ। ਮੈਂ ਇਹ ਗੱਲ ਪਹਿਲਾਂ ਕਲੀਅਰ ਕਰਦਾ ਕਿ ਇੱਥੇ ਮੈਂ ਭਗਵੰਤ ਮਾਨ ਦੇ ਪਲੇਟਫਾਰਮ ਤੋਂ ਨਹੀਂ ਬੋਲਦਾ ਪਿਆ, ਨਾ ਮੈਂ ਆਮ ਆਦਮੀ ਪਾਰਟੀ ਦੇ ਪਲੇਟਫਾਰਮ ਤੋਂ ਬੋਲਦਾ ਪਿਆ। ਦਰਸ਼ਕ ਇਸ ਗੱਲ ਨੂੰ ਯਾਦ ਰੱਖਣ, ਮੈਂ ਇੱਕ ਉਹ ਨਿਰਪੱਖ ਗੱਲ ਲੱਗਾ ਗੱਲ ਕਰਨ ਜਿਹੜੀ ਬਣਦੀ। ਤਾਂ ਨੈਤਿਕਤਾ ਤਾਂ ਫਿਰ ਸੁਖਵਿੰਦਰ ਜੀ ਉਦੋਂ ਵੀ ਹੋਣੀ ਚਾਹੀਦੀ ਸੀ। ਤਾਂ ਜੇ ਉਦੋਂ ਤੇ ਹੁਣ ਸੁਖਬੀਰ ਸਿੰਘ ਬਾਦਲ, ਤੁਸੀਂ ਬੜੇ ਵਧੀਆ ਕਮੈਂਟ ਵਿਅੰਗ ਦੇ ਵਿੱਚ ਤੁਸੀਂ ਜਿਸ ਤਰੀਕੇ ਨਾਲ ਮੁਸਕਰਾਹਟ ਚ ਗੱਲ ਕਹੀ ਆ ਕਿ ਵਾਕਈ ਸੁਖਬੀਰ ਬਾਦਲ ਵੀ ਇਹੋ ਜਿਹੀ ਗੱਲ ਕਰਨ ਲੱਗ ਪਿਆ। ਚਲੋ ਘੱਟੋ ਘੱਟ ਉਹਨੂੰ ਸਮਝ ਤੇ ਆਈ ਕਿ ਨੈਤਿਕਤਾ ਹੁੰਦੀ ਕੀ ਆ। ਅੱਗੇ ਉਹ ਪਾਪਾ ਜੀ ਦੇ ਸਿਰ ਤੇ ਹੀ ਕੰਮ ਕਰਦੇ ਨਾਲੇ ਹੁਣ ਜਿਹੜੇ ਉਹਨਾਂ ਦੀ ਆਪਣੀ ਉਹ ਪਾਰਟੀ ਵਾਲੇ
2017 ਦੇ ਰਿਜ਼ਲਟ ਤੋਂ ਲੈ ਕੇ, ਹਾਲਾਂਕਿ 2017 ਤੋਂ ਪਹਿਲਾਂ ਵੀ ਉਹ ਕਹਿੰਦੇ ਅਸੀਂ ਅੰਦਰਗਤ ਤੇ ਨੈਤਿਕਤਾ ਦੇ ਆਧਾਰ ਤੇ ਸੁਖਬੀਰ ਤੋਂ ਪ੍ਰਧਾਨਗੀ ਤੋਂ ਅਸਤੀਫਾ ਜਿਹੜਾ ਮੰਗਦੇ ਰਹੇ ਆ, ਹਾਲੇ ਤੱਕ ਸੁਖਬੀਰ ਨੇ ਆਪਣੀ ਪਾਰਟੀ ਦੇ ਸੀਨੀਅਰ ਲੀਡਰਾਂ ਨੂੰ ਆਪਣੀ ਨੈਤਿਕਤਾ ਨਹੀਂ ਦਿਖਾਈ, ਉਹਨਾਂ ਨੇ ਅਸਤੀਫਾ ਹਾਲੇ ਤੱਕ ਨਹੀਂ ਦਿੱਤਾ। ਦੇਖੋ ਸੁਖਵਿੰਦਰ ਜੀ, ਉਹ ਤਾਂ ਪਾਰਟੀ ਪ੍ਰਧਾਨ ਹੈ ਨਾ। ਵੇਖੋ, ਜੇਕਰ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਤੋਂ ਸਾਈਡ ਤੇ ਹੋ ਜਾਂਦੇ ਨੇ ਤਾਂ ਫਿਰ ਸ਼੍ਰੋਮਣੀ ਅਕਾਲੀ ਦਲ ਖਤਮ ਹੋ ਜਾਂਦਾ, ਕਿਉਂਕਿ ਉਸ ਤੋਂ ਬਿਨਾਂ ਹੈ ਨਹੀਂ। ਸੋ ਉੱਥੇ ਨੈਤਿਕਤਾ, ਫਰਜ਼, ਸਾਰੇ ਅੰਜਾਮ, ਸਾਰੇ ਸ਼ਬਦ ਜਿਹੜੇ ਨੇ ਉਹਨਾਂ ਵਾਸਤੇ ਕੁਝ ਨਹੀਂ ਆ। ਸੁਖਵਿੰਦਰ ਜੀ, ਤੁਹਾਨੂੰ ਮੈਂ ਇੱਕ ਗੱਲ ਹੋਰ ਤੁਹਾਨੂੰ ਨੈਤਿਕਤਾ ਦੇ ਆਧਾਰ ਦੀ ਗੱਲ ਦੱਸਾਂ ਕਿ ਵੱਡੇ ਬਾਦਲ ਸਾਹਿਬ ਮੁੱਖ ਮੰਤਰੀ ਸੀ ਤੇ ਅੰਮ੍ਰਿਤਸਰ ਦੇ ਇੱਕ ਅਕਾਲੀ ਨੇਤਾ, ਬੜੇ ਸਰਗਰਮ ਅਕਾਲੀ ਨੇਤਾ ਗਏ ਤਾਂ ਉਦੋਂ ਅਜੇ ਨਵੇਂ ਪ੍ਰਧਾਨ ਬਣੇ ਸੀ ਤੇ ਉਹਨਾਂ ਨੇ ਬਾਦਲ ਸਾਹਿਬ ਨੂੰ ਕਿਹਾ ਕਿ ਕਾਕਾ ਜੀ ਕਿੱਥੇ ਨੇ, ਤੇ ਕਾਕਾ ਜੀ ਅੰਦਰੋਂ ਆਏ ਤੇ ਕਾਕਾ ਜੀ ਨੇ ਭਰੇ ਉਸ ਦਰਬਾਰ ਦੇ ਵਿੱਚ, ਜਿਹੜਾ ਘਰ ਸੀ ਉਹਨਾਂ ਦਾ ਬਾਦਲ ਸਾਹਿਬ ਦਾ, ਜਿਹੜਾ ਦੀਵਾਨ ਹਾਲ ਸੀ, ਤੇ ਉੱਥੇ ਉੱਡ ਕੇ ਉਸ ਸਿਆਸਤਦਾਨ ਦੀ, ਉਸ ਮੰਤਰੀ ਦੀ ਟਕਾ ਕੇ ਬੇਇੱਜ਼ਤੀ ਕੀਤੀ। ਕਾਕਾ ਜੀ ਕੀ ਹੁੰਦਾ, ਮੈਨੂੰ ਪ੍ਰਧਾਨ ਜੀ ਕਹਿਣਾ। ਇਹ ਮੇਰੇ ਕੰਨਾਂ ਨਾਲ ਸਭ ਅੱਖਾਂ ਨਾਲ ਵੇਖਿਆ ਉਹ ਦ੍ਰਿਸ਼ ਆ। ਤੇ ਉਸ ਤੋਂ ਮਗਰੋਂ ਉਹ ਇਹ ਤੁਸੀਂ ਯਾਨੀ ਦੇਖਿਆ ਜੀ, ਮਤਲਬ ਇਹ ਦ੍ਰਿਸ਼ ਵੀ ਅੱਖੀਂ ਵੇਖਿਆ ਤਾਂ ਉੱਠ ਨਹੀਂ ਸੀ ਸਕਿਆ ਉਹ ਮੰਤਰੀ ਉਸ ਵੇਲੇ ਕਿ ਜੋ ਇੰਨੀ ਗੱਲ ਕਿਹਾ ਕਾਕਾ ਜੀ। ਸੋ ਕਹਿਣ ਦਾ ਮਤਲਬ ਇਹ ਆ ਕਿ ਨੈਤਿਕਤਾ, ਇਹੋ ਜਿਹੇ ਸ਼ਬਦ ਇਹਨਾਂ ਲੋਕਾਂ ਵਾਸਤੇ ਸੋਭਦੇ ਨਹੀਂ ਆ। ਘੱਟੋ ਘੱਟ ਜੇਕਰ ਤੁਸੀਂ ਭਗਵੰਤ ਮਾਨ ਦਾ ਅਸਤੀਫਾ ਮੰਗਣਾ, ਜ਼ਰੂਰ ਮੰਗੋ। ਅਮਨ ਕਾਨੂੰਨ ਦੀ ਸਥਿਤੀ ਜੇ ਭੰਗ ਹੋਈ ਆ ਤਾਂ ਵਿਰੋਧੀ ਪਾਰਟੀਆਂ ਦਾ ਹੱਕ ਆ ਕਿ ਸਰਕਾਰ ਤੋਂ ਅਸਤੀਫਾ ਮੰਗਣਾ, ਸਰਕਾਰ ਨੂੰ ਉਹਦੀ ਜ਼ਿੰਮੇਵਾਰੀ ਯਾਦ ਕਰਵਾਉਣਾ। ਪਰ ਸਭ ਤੋਂ ਪਹਿਲਾਂ ਇਹ ਵੀ ਵੇਖ ਲੈਣਾ ਚਾਹੀਦਾ ਕਿ ਸਾਡੇ ਕਿਰਦਾਰ ਬੀਤੇ ਦੌਰ 'ਚ ਕਿਹੋ ਜਿਹੇ ਰਹੇ ਨੇ। ਜੇ ਤੁਸੀਂ ਰਾਜਨੀਤੀ ਕਰਦੇ ਰਹੇ ਜੇ ਤਾਂ ਆਹ ਜਿਹੜੇ ਨਵੇਂ ਬੰਦੇ ਆਏ ਨੇ, ਇਹ ਕਿਹੜੇ ਦੁੱਧ ਦੇ ਨਾਤੇ ਆ, ਇਹ ਵੀ ਤੁਹਾਡੇ ਵਰਗੇ ਨੇ, ਤੁਹਾਡੇ ਚੱਟੇ ਵੱਟੇ ਨੇ, ਤੁਹਾਡੇ ਚੋਂ ਨਿਕਲ ਕੇ ਇੱਥੇ ਤੱਕ ਆਏ ਨੇ। ਸੋ ਨੈਤਿਕਤਾ ਵਰਗੇ ਸ਼ਬਦ ਜਿਹੜੇ ਨੇ, ਮੇਰਾ ਨਹੀਂ ਖਿਆਲ ਕਿ ਸੁਖਬੀਰ ਸਿੰਘ ਬਾਦਲ ਦੇ ਮੂੰਹ ਚੰਗੇ ਲੱਗਣ। ਅੱਜ ਭਾਈ ਰਣਜੀਤ ਸਿੰਘ ਹੋਣੀ ਵੀ ਬੜਾ ਬੋਲਦੇ ਪਏ ਸੀ, ਇਹ ਕਹਿੰਦੇ ਵੀ ਭਾਈ ਰਣਜੀਤ ਸਿੰਘ ਨੂੰ ਛਡਾਤਾ ਸੀ ਤੇ ਬਾਦਲ ਸਾਹਿਬ ਨੇ ਸਾਈਨ ਕੀਤੇ ਤੇ ਰਾਜੋਆਣਾ ਦੀ ਮਾਫੀ ਜਿਹੜੀ ਆ, ਫਾਂਸੀ ਦੀ ਸਜ਼ਾ ਤਾਂ ਮਾਫ ਹੋਈ ਤੇ ਭਾਈ ਰਣਜੀਤ ਸਿੰਘ ਕਹਿ ਰਹੇ ਸੀ ਕਿ ਸੁਖਬੀਰ ਸਿੰਘ ਤੋਂ ਵੱਡਾ ਗੱਪ ਜਿਹੜਾ ਕੋਈ ਨਹੀਂ ਮਾਰਦਾ। ਖੈਰ, ਇਹ ਪੋਲੀਟੀਕਲ ਬਿਆਨ ਨੇ, ਰਾਜਨੀਤਿਕ ਬਿਆਨ ਨੇ। ਬਾਕੀ ਵੇਖਣਾ ਹੁਣ ਇਹ ਹੋਏਗਾ ਕਿ ਭਗਵੰਤ ਮਾਨ ਕਿੱਥੋਂ ਤੱਕ ਨਿੱਤਰ ਦਾ ਸ਼ਵਾਲਕ ਤੇ ਪਹਾੜੀਆਂ ਤੇ ਚੜ੍ਹਦੇ ਆ, ਉਹਨਾਂ ਦੇ ਮੰਤਰੀ ਜਾਂ ਵਾਪਸ ਆ ਜਾਂਦੇ ਆ। ਸ਼ਵਾਲਕ ਦੀਆਂ ਪਹਾੜੀਆਂ ਦੀ ਗੱਲ ਮੈਨੂੰ ਫਿਰ ਇੱਕ ਗੱਲ ਯਾਦ ਆ ਗਈ। ਇਹ ਪੰਜਾਬ ਯੂਨੀਵਰਸਿਟੀ, ਮਾਫ ਕਰਨਾ, ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ ਪ੍ਰੋਗਰਾਮ ਚੱਲਦਾ ਪਿਆ ਸੀ ਤੇ ਉੱਥੇ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਆਉਣਾ ਸੀ। ਕੈਪਟਨ ਅਮਰਿੰਦਰ ਸਿੰਘ ਹੋਣੀ ਪੰਜਾਬ ਦੇ ਮੁੱਖ ਮੰਤਰੀ ਸੀ ਉਸ ਵੇਲੇ, 2002 ਤੋਂ 2007 ਵਾਲੀ ਸਰਕਾਰ ਦੇ ਵਿੱਚ। ਤੇ ਪੰਜਾਬ ਦਾ ਪ੍ਰਸਿੱਧ ਕਮੇਡੀਅਨ ਜਿਹੜੇ ਨੇ, ਉਹ ਇਸ ਤਰ੍ਹਾਂ ਹੀ ਗੱਲ ਕੀਤੀ। ਉਹ ਕਮੇਡੀਅਨ ਬਹੁਤ ਮਸ਼ਹੂਰ ਨੇ, ਗੱਲਬਾਤ ਕਰਦਿਆਂ ਦੂਜੇ ਕਮੇਡੀਅਨ ਨੂੰ ਕਹਿੰਦਾ ਕਿ ਮਹਾਰਾਜ ਸਾਹਿਬ ਲੱਗਦੇ ਪਹਾੜਾਂ ਤੇ ਚੜ੍ਹ ਗਏ ਆ। ਇੰਨੀ ਗੱਲ ਸੁਣੀ ਸੀ ਤੇ ਜਿਹੜੇ ਉਸ ਵੇਲੇ ਦੇ ਚੀਫ ਸੈਕਟਰੀ ਸੀ, ਉਹਨੇ ਲਾ ਕੇ ਸਟੇਜ ਤੋਂ ਉਸ ਬੰਦੇ ਦੇ ਚਪੇੜਾਂ ਵੀ ਮਾਰੀਆਂ, ਮਾਫੀ ਵੀ ਮੰਗਾਈ ਤੇ ਬੰਦੇ ਦੀ ਨੌਕਰੀ ਵੀ ਖਤਰੇ 'ਚ ਪੈ ਗਈ ਸੀ। ਇਹ ਇਨਸੀਡੈਂਟ ਆ ਕਿ ਜਦੋਂ ਪਹਾੜੀਆਂ ਤੇ ਚੜ੍ਹਦੇ ਨੇ ਲੋਕ, ਫਿਰ ਬੜਾ ਕੁਝ ਇਹੋ ਜਿਹਾ ਹੁੰਦਾ ਸੁਖਵਿੰਦਰ ਜੀ, ਜਿਹੜਾ ਪਤਾ ਵੀ ਨਹੀਂ ਲੱਗਦਾ। ਹੁਣ ਇਹ ਵੇਖਣਾ ਕਿ ਕੁਲਦੀਪ ਧਾਲੀਵਾਲ ਦੀ ਮਹਾਰਾਂ ਵਾਕਈ ਪਹਾੜਾਂ ਨੂੰ ਪੈਂਦੀਆਂ ਨੇ ਜਾਂ ਮੈਦਾਨੀ ਇਲਾਕਿਆਂ 'ਚ ਖਤਮ ਹੋ ਜਾਂਦੀਆਂ, ਇਹ 23 ਜੂਨ ਤੋਂ ਬਾਅਦ ਆ ਸਮਾਂ ਜਿਹੜਾ ਉਹ ਦੱਸੇ ਪਤਾ ਲੱਗਿਆ। ਬਿਲਕੁਲ, ਨਾਨਕੀ ਸਾਹਿਬ ਤੁਸੀਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਜੀ। ਤਾਂ ਇਹ ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ, ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਅਣਖੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਊ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।